जो पटियाले विच कीता उन्हां नौजवानों के नाल सिंह साहब तुसीं ये बयान जारी करो, क्योंकि थोड़ा कही हुई गल सारे वर्ल्ड च जानी है कि पूरी दी पूरी सिख कौम उन्हां नौजवानों के नाल है। 6 जून नूं इन्हां ने फिर यही कुछ करना। जब बच्चे बच्चे नूं इस गल दा पता होगा कि सिंह साहब अकाल तख्त साहब साडे पिछे है ना, फिर किसी की जुरत पैंदी होनी। ये तो 5-7 ने आपां एक दबाव बनाइए कि इन्हां दे गनमैन हटा दिए यार, बाकी छड्डो, बाकी कौम नजिठ लैंदी हुंदी है। वैसे गनमैनां नाल भी आपां तां नजिठे आ सारे। तुसीं हाक तां मार के देखो, तुसीं तां हाक ही नहीं मारी कदे किसी सिंह साहिबान ने भी आओ अज लोड़ है। फिर ये नौजवान इन्हां नूं भी दिखा देणगे नीकण वालिआं नूं कि की भाव विकदी हुंदी है। कहंदा तां खच्चर भी सी भी दिल्ली जाके दिखाओ, ਜਿਹੜਿਆਂ ਨੂੰ ਨਸ਼ੇੜੀ ਕਹਿੰਦੇ ਸੀ, ਜਿਹੜਿਆਂ ਨੂੰ ਚਿੱਟੇ ਵਾਲੇ ਕਹਿੰਦੇ ਸੀ, ਫਿਰ ਉਹੀ ਖੱਚਰ ਭਜਾਇਆ ਕਿ ਸਿੱਖ ਨੌਜਵਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਨੇ। ਔਰ ਜਿਵੇਂ ਇਸ ਮੰਚ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੌਜਵਾਨਾਂ ਦੇ ਪਰਿਵਾਰਾਂ ਤੱਕ ਨੂੰ ਥਾਣਿਆਂ ਦੇ ਵਿੱਚ ਬੁਲਾ ਕੇ ਜਲੀਲ ਕੀਤਾ ਗਿਆ। ਕੌਮ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਕਿ ਪਟਿਆਲੇ ਦੇ ਵਿੱਚ ਸਿੰਘ ਸਾਹਿਬ ਜੋ ਹੋਇਆ ਉਹ ਸਾਰੀ ਸਿੱਖ ਕੌਮ ਨੂੰ ਚੈਲੰਜ ਹੈ। ਭਗਵੰਤ ਮਾਨ ਨੂੰ ਜੇ ਆਪਾਂ ਦੁਸ਼ਮਣ ਸਮਝਾਂਗੇ ਨਾ, ਆਪਾਂ ਫੇਰ ਮਾਰ ਖਾ ਜਾਾਂਗੇ। ਮੋਹਨ ਭਾਗਵਤ ਔਰ RSS ਔਰ BJP ਨੂੰ ਇਹ ਬਿਲਕੁਲ ਭਲੀ ਭਾਂਤ ਪਤਾ ਹੈ ਕਿ ਜਿੰਨਾ ਚਿਰ ਸਿੱਖ ਕੌਮ ਇਸ ਦੇਸ਼ ਵਿੱਚ ਹੈ ਉਹਨਾਂ ਚਿਰ ਹਿੰਦੂ ਰਾਸ਼ਟਰਤਾ ਇੱਥੇ ਨਾ ਬਣਾ ਸਕਦੇ ਨੇ ਤੇ ਨਾ ਸਿੱਖ ਕੌਮ ਕਦੇ ਬਣ ਦਊ। ਵਰਲਡ ਦੇ ਵਿੱਚ ਸਿੱਖ ਕੌਮ ਇੱਕੋ ਇੱਕ ਕੌਮ ਹੈ ਜਿਹਦੇ ਨਿਸ਼ਾਨ ਸਾਹਿਬ 176 ਦੇਸ਼ਾਂ ਝੂਲਦੇ ਨੇ, ਤੇ ਸਿੱਖਾਂ ਦਾ ਲੋਹਾ ਤਾਂ ਸਾਰਾ ਵਰਲਡ ਮੰਨ ਗਿਆ, ਤੇ ਇਹ ਫਿਰ ਕਿਹੜੇ ਬਾਗ ਦੀ ਮੂਲੀ ਨੇ। ਕਿ ਜਿੰਨਾ ਚਿਰ ਸਿੱਖ ਕੌਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਨਾ, ਉਹਨਾਂ ਚਿਰ ਸਿੱਖ ਕੌਮ ਨੂੰ ਦਬਾਉਣ ਦਾ ਤਾਂ ਮਤ ਕੋਈ ਸਮਝੇ ਕਿ ਸਿੱਖ ਕੌਮ ਨੂੰ ਦਬਾ ਲੂਗਾ। ਚਾਰ ਨੌਜਵਾਨ ਹਰਿਆਣੇ ਦੇ ਵਿੱਚ ਫੜੇ ਨੇ ਤੇ ਉਹਨਾਂ ਨੂੰ ਬੱਬਰ ਖਾਲਸਾ ਦੇ ਨੌਜਵਾਨ ਬਣਾ ਕੇ ਪੇਸ਼ ਕਰਤਾ। ਕੋਈ ਜਥੇਬੰਦੀ ਨਹੀਂ ਬੋਲਦੀ, ਉਹਨਾਂ ਨੌਜਵਾਨਾਂ ਲਈ ਕੋਈ ਜਥੇਬੰਦੀ ਬੋਲਦੀ ਉਹ ਹੈ ਨਹੀਂ। ਜਿਹੜੇ ਬੰਦਿਆਂ ਨੂੰ ਇਹ ਅੱਤਵਾਦੀ ਬਣਾ ਕੇ ਜਾਂ ਖਾੜਕੂ ਸਿੰਘ ਬਣਾ ਕੇ ਪੇਸ਼ ਕਰਕੇ ਇੱਕ ਪੂਰੀ ਦੀ ਪੂਰੀ ਕੌਮ ਤੇ ਦਬਾਅ ਪਾਉਣਾ ਚਾਹੁੰਦੇ ਹੁੰਦੇ ਨੇ, ਹੋਰ ਗੱਲ ਕੁਛ ਨਹੀਂ। ਆਪਾਂ ਜੇਲ੍ਹਾਂ ਵਿੱਚ ਵੀ ਅਸੀਂ ਦੇਖਿਆ, ਬੜੇ ਪੁਰਾਣੇ ਸਮੇਂ ਤੋਂ ਅਸੀਂ ਜਾਣਦੇ ਹਾਂ। ਸਿੰਘ ਸਾਹਿਬ ਨੂੰ ਮੈਂ ਮਿਲਿਆ ਵੀ ਸੀਗਾ ਕਿ ਜੇਲ੍ਹਾਂ ਵਿੱਚ ਜਦੋਂ ਨਾਭਾ ਜੇਲ੍ਹ ਦੇ ਵਿੱਚ 70 ਤੋਂ 72 ਸਿੰਘ ਸੀਗੇ ਅੰਦਰ, ਉਸ ਵੇਲੇ SGPC ਨੇ ਉੱਥੇ ਜਿਹੜੀ ਰਾਸ਼ਨ ਜਾਣ ਦੀ ਜਿਹੜੇ ਉੱਥੇ ਜਾਂਦਾ ਸੀਗਾ ਖਾਣ ਪੀਣਾ ਉਹ ਬੰਦ ਕਰਤਾ ਸੀ। ਉਸ ਵੇਲੇ ਅਸੀਂ SGPC ਨੂੰ ਵੀ ਮਿਲੇ ਸੀ, ਮੈਂ ਸਿੰਘ ਸਾਹਿਬ ਨੂੰ ਵੀ ਮਿਲਿਆ ਸੀ। ਔਰ ਉਸ ਦਿਨ ਤੋਂ ਲੈ ਕੇ ਲਗਾਤਾਰ ਅਸੀਂ 10-12 ਸਾਲ ਤਾਂ ਅਸੀਂ ਇਕੱਠਾ ਕਰਕੇ ਇਲਾਕੇ 'ਚੋਂ ਆਪਦੇ 'ਚ ਉੱਥੇ ਰਾਸ਼ਨ ਪਾਣੀ ਦੇ ਕੇ ਆਉਂਦੇ ਰਹੇ। ਲੇਕਿਨ ਹੁਣ SGPC ਲਗਾਤਾਰ ਉਸ ਦਿਨ ਤੋਂ ਉੱਥੇ ਉਹਨਾਂ ਆਪਣੇ ਜਿਹੜੇ ਖਾੜਕੂ ਸਿੰਘ ਨੇ ਉਹਨਾਂ ਦੀ ਲਗਾਤਾਰ ਮਦਦ ਕਰ ਰਹੀ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ SGPC ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਹੈ। ਤੁਸੀਂ ਸਿੰਘ ਸਾਹਿਬ ਆਪਾਂ ਕਹਿ ਦਿੰਦੇ ਆ ਕਿ ਜੀ ਇਹ ਸਾਨੂੰ ਲਲਕਾਰਦੇ ਨੇ, ਇਹ ਕਦੇ ਸਾਨੂੰ ਆਪਾਂ ਕਹਿ ਦਿੰਦੇ ਆ ਕਿ ਸਾਨੂੰ ਡਰਾਉਣਾ ਚਾਹੁੰਦੇ ਨੇ। ਕਦੇ ਅਕਾਲ ਤਖਤ ਸਾਹਿਬ ਇਸ ਗੱਲ ਦੀ ਅਗਵਾਈ ਕਰਕੇ ਕਦੇ ਕੌਮ ਨੂੰ ਆਵਾਜ਼ ਤਾਂ ਮਾਰ ਕੇ ਦੇਖੀਏ, ਫਿਰ ਇਹਨਾਂ ਨੂੰ ਦੱਸੀਏ ਪਤਾ ਵੀ ਲਲਕਾਰੀ ਦਾ ਕਿਵੇਂ ਹੁੰਦਾ। ਇਸ ਤਰ੍ਹਾਂ ਤਾਂ ਨਹੀਂ ਸਿੱਖ ਕੌਮ ਨੂੰ ਦਬਾ ਸਕਦੇ। ਇਹ ਕੌਮ ਖਤਮ ਕਦੇ ਹੋ ਹੀ ਨਹੀਂ ਸਕਦੀ। ਜਿਸ ਕੌਮ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਪ੍ਰਗਟ ਕੀਤਾ ਉਹ ਕਦੇ ਖਤਮ ਨਹੀਂ ਹੋ ਸਕਦੀ ਹੁੰਦੀ, ਨਾ ਉਹਨੂੰ ਕੋਈ ਕਰ ਸਕਦਾ। ਬੜੇ ਆਏ, ਇੰਦਰਾ ਗਾਂਧੀ ਨੂੰ ਤਾਂ ਵੱਧ ਨਹੀਂ ਆ ਸਕਦੇ, ਪਹਿਲਾਂ ਅਬਦਾਲੀ ਹੋਣੀ ਆਏ, ਮੱਸੇ ਰੰਗੜ ਹੋਣੀ ਆਏ, ਕਦੇ ਕੌਮ ਦਬੀ ਹੈ। ਜਦ 2 ਵੀ ਰਹਿ ਗਏ ਸੀ ਨਾ, ਉਸ ਵੇਲੇ ਵੀ ਕੌਮ ਨੇ ਅਹਿਸਾਸ ਕਰਾਤਾ ਸੀ ਕਿ ਅਸੀਂ ਹੈਗੇ ਹਾਂ। ਔਰ ਹੁਣ ਤਾਂ ਆਪਾਂ ਤਾਜ਼ਾ ਇਹਨਾਂ ਨੂੰ ਕਰਾ ਕੇ ਹਟੇ ਹਾਂ। ਜਿਹੜਾ ਕਿਸਾਨੀ ਸੰਘਰਸ਼ ਆਪਾਂ ਜਿੱਤੇ ਹਾਂ ਉਹ ਏਕਤਾ ਕਰਕੇ ਜਿੱਤੇ ਹਾਂ, ਏਕਤਾ ਕਰਕੇ ਜਿੱਤੇ ਹਾਂ। ਔਰ ਨਰਿੰਦਰ ਮੋਦੀ ਪਹਿਲੀ ਵਾਰ ਝੁਕਿਆ ਔਰ ਖਾਲਸਾ ਪੰਥ ਨੇ ਝੁਕਾਇਆ। ਔਰ ਇਹ ਜਿਹੜੀ ਰੜਕ ਹੈ ਨਾ, ਇਹ ਜਿਹੜੀ ਸਟੇਟ ਹੈ ਇਹਦੇ ਮਨ ਚੋਂ ਜਾਂਦੀ ਨਹੀਂ, ਇਹਦੇ ਸਦੋਂ ਰੜਕਦੀ ਰਹਿਣੀ ਹੈ ਨਰਿੰਦਰ ਮੋਦੀ ਔਰ ਮੋਹਨ ਭਾਗਵਤ ਉਹਨਾਂ ਦੇ ਕਿ ਸਾਨੂੰ ਯਾਰ ਸਿੱਖ ਆਏ, ਸਿੱਖ ਕੌਮ ਸਾਨੂੰ ਹਰਾ ਗਈ। ਔਰ ਪੂਰੇ ਵਰਲਡ ਦੇ ਵਿੱਚ ਇਹ ਜਿਹੜਾ ਕਿਸਾਨੀ ਸੰਘਰਸ਼ ਜਿੱਤਣ ਨਾਲ ਸਿੱਖ ਕੌਮ ਦਾ ਦਬਦਬਾ ਬਣਿਆ।
ਔਰ ਸਿੱਖ ਕੌਮ ਨੇ ਹੀ ਸੰਘਰਸ਼ ਲੜਿਆ। ਉੱਥੇ ਲੰਗਰ ਵੀ ਸੀ, ਬਾਹਰਲੇ ਸੂਬਿਆਂ ਨੇ ਮਦਦ ਜ਼ਰੂਰ ਕੀਤੀ ਹੈ, ਲੇਕਿਨ ਅਸੀਂ ਉੱਥੇ ਹਾਜ਼ਰ ਰਹੇ ਹਾਂ, ਬਹੁਤ ਥੋੜੀ ਸ਼ਮੂਲੀਅਤ ਸੀ। ਉਹ ਤਾਂ ਆਪਣੀਆਂ ਜਥੇਬੰਦੀਆਂ ਉਹੀ ਕਹਿ ਦਿੰਦੀਆਂ ਹੁੰਦੀਆਂ ਸੀ, ਲਓ ਜੀ ਸਾਰੇ ਹੀ ਦੇਸ਼ ਦਾ। ਸਾਰੇ ਦੇਸ਼ ਦਾ ਕਿੱਥੋਂ ਸੀ? ਕੱਲੀ ਸਿੱਖ ਕੌਮ ਨੂੰ ਲੀਡ ਕਰ ਰਹੀ ਸੀ। ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਜਿਹੜੇ ਸਿੰਘ ਗਏ ਸੀ ਉਹ ਵਾਪਸ ਨਹੀਂ ਸੀ ਮੁੜਦੇ, ਔਰ ਫਿਰ ਲਾਲ ਕਿਲੇ ਤੇ ਝੰਡਾ ਚੜਾ ਕੇ ਕੌਮ ਨੇ ਆਪਣੀ ਅਸਾਸਤਾ ਕਰਾਤਾ ਸੀ ਨਾ ਵੀ ਅਸੀਂ ਹੈਗੇ ਆ। ਪਹਿਲਾਂ ਪ੍ਰਧਾਨ ਮੰਤਰੀ ਝੰਡਾ ਚੜਾਉਂਦਾ, ਉਸ ਤੋਂ ਬਾਅਦ ਸਿੱਖ ਕੌਮ ਦੇ ਨੌਜਵਾਨਾਂ ਨੇ ਜਾ ਕੇ ਉੱਥੇ ਝੰਡਾ ਚੜਾਤਾ ਤੇ ਫਿਰ ਆਪਣਾ ਦਬਦਬਾ ਵੀ ਕੌਮ ਨੇ ਦਿਖਾਤਾ ਸੀ। ਲੇਕਿਨ ਹੁੰਦਾ ਕੀ ਹੈ ਕਿ ਜਿਹੜੇ ਆਪਣੇ ਲੀਡਰ ਸਾਹਿਬਾਨ ਨੇ ਨਾ, ਉਹਨਾਂ ਨੂੰ ਆਪਣੇ ਆਪ ਤੇ ਹੀ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਐਡਾ ਕੰਮ ਕਰ ਦਾਂਗੇ। ਇਸ ਵਾਸਤੇ ਤੁਸੀਂ ਏਕਤਾ ਦੀ ਸਿੰਘ ਸਾਹਿਬ ਗੱਲ ਕੀਤੀ, ਬਹੁਤ ਵਧੀਆ ਲੱਗਿਆ। ਕਾਫੀ ਸਮੇਂ ਬਾਅਦ ਅਕਾਲ ਤਖਤ ਸਾਹਿਬ ਦੇ ਸਨਮੁਖ ਇਸ ਤਰ੍ਹਾਂ ਜਥੇਬੰਦੀਆਂ ਇਕੱਠੀਆਂ ਹੋ ਕੇ ਬੈਠੀਆਂ ਨੇ। ਕੁਝ ਜਥੇਬੰਦੀਆਂ ਆਈਆਂ ਵੀ ਨਹੀਂ ਹੈਗੀਆਂ, ਲੇਕਿਨ ਆਉਣਾ ਸਾਰਿਆਂ ਨੂੰ ਚਾਹੀਦਾ ਸੀ, ਕਿਉਂਕਿ ਅਕਾਲ ਤਖਤ ਸਾਹਿਬ ਪਿਛਲੇ ਸਮੇਂ ਤੋਂ ਵੀ ਦੇਖੋ ਜਦ ਕੌਮ ਤੇ ਸੰਕਟ ਆਏ ਨੇ, ਅਕਾਲ ਤਖਤ ਸਾਹਿਬ ਨੇ ਅਗਵਾਈ ਕੀਤੀ ਹੈ ਨਾ, ਤਾਂ ਕੌਮ ਦੀ ਚੜ੍ਹਦੀ ਕਲਾ ਹੋਈ ਹੈ। ਹੁਣ ਵੀ ਕੌਮ ਦੀ ਚੜ੍ਹਦੀ ਕਲਾ ਹੋਊਗੀ। ਜੋ ਪਟਿਆਲੇ ਵਿੱਚ ਕੀਤਾ ਉਹਨਾਂ ਨੌਜਵਾਨਾਂ ਦੇ ਨਾਲ ਸਿੰਘ ਸਾਹਿਬ ਤੁਸੀਂ ਇਹ ਬਿਆਨ ਜਾਰੀ ਕਰੋ, ਕਿਉਂਕਿ ਤੁਹਾਡਾ ਕਹੀ ਹੋਈ ਗੱਲ ਸਾਰੇ ਵਰਲਡ 'ਚ ਜਾਣੀ ਹੈ ਕਿ ਪੂਰੀ ਦੀ ਪੂਰੀ ਸਿੱਖ ਕੌਮ ਉਹਨਾਂ ਨੌਜਵਾਨਾਂ ਦੇ ਨਾਲ ਹੈ। 6 ਜੂਨ ਨੂੰ ਇਹਨਾਂ ਨੇ ਫੇਰ ਇਹੀ ਕੁਝ ਕਰਨਾ। ਉਹ ਵੀ ਜ਼ਰੂਰ ਕਹੋ ਵੀ ਲੈ ਫਿਰ ਪੁੱਤ ਮੇਰੇ ਹੁਣ ਕਰਕੇ ਦਿਖਾਇਓ, ਫਿਰ ਕਰਕੇ ਦਿਖਾਉਣ, ਫਿਰ ਅਸੀਂ ਦੇਖਾਂਗੇ, ਫਿਰ ਤੁਹਾਡੀ ਜ਼ਿੰਮੇਵਾਰੀ ਨਹੀਂ। ਜਦ ਇਹ ਗੱਲ ਅਕਾਲ ਤਖਤ ਸਾਹਿਬ ਤੋਂ ਜਾਣੀ ਹੈ, ਜਦ ਬੱਚੇ ਨੂੰ ਇਸ ਗੱਲ ਦਾ ਪਤਾ ਹੋਊਗਾ ਕਿ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਸਾਡੇ ਪਿੱਛੇ ਹੈ ਨਾ, ਫਿਰ ਕਿਸੇ ਦੀ ਜ਼ਰੂਰਤ ਪੈਂਦੀ ਹੋ ਨਹੀਂ। ਨਾਲੇ ਇੰਨੇ ਜੋਗੇ ਹੈ ਹੀ ਨਹੀਂ ਕਿ ਸਿੱਖ ਕੌਮ ਨੂੰ ਚੈਲੰਜ ਕਰ ਦੇਣਗੇ। ਇਹ ਤਾਂ 5 ਸੱਤਕ ਨੇ, ਆਪਾਂ ਇੱਕ ਦਬਾਅ ਬਣਾਈਏ ਕਿ ਇਹਨਾਂ ਦੇ ਗਨਮੈਨ ਹਟਾ ਦਈਏ ਯਾਰ, ਬਾਕੀ ਛੱਡੋ, ਬਾਕੀ ਕੌਮ ਨਜਿੱਠ ਲੈਂਦੀ ਹੁੰਦੀ ਹੈ। ਵੈਸੇ ਗਨਮੈਨਾਂ ਨਾਲ ਵੀ ਆਪਾਂ ਤਾਂ ਨਜਿੱਠਿਆ ਸਾਰਿਆਂ ਨਾਲ, ਕੋਈ ਬੜੀ ਗੱਲ ਨਹੀਂ। ਇਹ ਤਾਂ ਸਿਰਫ ਤੇ ਸਿਰਫ ਅੱਗ ਲਾ ਕੇ ਆਪਦੀਆਂ ਰੋਟੀਆਂ ਸੇਕਦੇ ਨੇ, ਕੋਈ ਏਦੋਂ ਬੜੀ ਗੱਲ ਨਹੀਂ ਹੈਗੀ। ਕੌਮ ਨਜਿੱਠਦੀ ਆਈ ਆ ਔਰ ਨਜਿੱਠੂਗੀ। ਔਰ ਅਸੀਂ ਤੁਹਾਨੂੰ ਸਿੰਘ ਸਾਹਿਬ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਕੌਮ ਤੇ ਹੁਣ ਸਮਾਂ, ਉਹਦੇ ਵਿੱਚ ਅਕਾਲ ਤਖਤ ਸਾਹਿਬ ਅੱਗੇ ਹੋ ਕੇ ਕੌਮ ਦੀ ਅਗਵਾਈ ਕਰੋ। ਤੁਸੀਂ ਹਾਕ ਤਾਂ ਮਾਰ ਕੇ ਦੇਖੋ, ਤੁਸੀਂ ਤਾਂ ਹਾਕ ਹੀ ਨਹੀਂ ਮਾਰੀ ਕਦੇ ਕਿਸੇ ਸਿੰਘ ਸਾਹਿਬਾਨ ਨੇ ਵੀ ਆਓ ਅੱਜ ਲੋੜ ਹੈ। ਫਿਰ ਇਹ ਨੌਜਵਾਨ ਇਹਨਾਂ ਨੂੰ ਵੀ ਦਿਖਾ ਦੇਣਗੇ ਨੀਕਣ ਵਾਲਿਆਂ ਨੂੰ ਕਿ ਕੀ ਭਾਅ ਵਿਕਦੀ ਹੁੰਦੀ ਹੈ। ਕਹਿੰਦਾ ਤਾਂ ਖੱਚਰ ਵੀ ਸੀ ਵੀ ਦਿੱਲੀ ਜਾ ਕੇ ਦਿਖਾਇਓ। ਜਿਹੜਿਆਂ ਨੂੰ ਨਸ਼ੇੜੀ ਕਹਿੰਦੇ ਸੀ, ਜਿਹੜਿਆਂ ਨੂੰ ਚਿੱਟੇ ਵਾਲੇ ਕਹਿੰਦੇ ਸੀ, ਫਿਰ ਉਹੀ ਖੱਚਰ ਭਜਾਇਆ ਕਿ ਨਹੀਂ, ਬਾਣੀ ਪਾਇਆ ਨਹੀਂ ਨੌਜਵਾਨਾਂ ਨੇ। ਲੇਕਿਨ ਜਦੋਂ ਬਜ਼ੁਰਗ ਰਾਜਨੀਤੀ ਦੇ ਵਿੱਚ ਵੀ, ਮੈਂ ਹਮੇਸ਼ਾ ਇਸ ਗੱਲ ਦੀ ਪ੍ਰੋੜਤਾ ਕਰਦਾ ਹੁੰਦਾ ਕਿ ਨੌਜਵਾਨਾਂ ਦੇ ਹੱਥ ਹੋਣੀ ਚਾਹੀਦੀ ਹੈ ਗੱਲ। ਆਪਾਂ ਜਿਹੜੀ ਪੋਲਿਟਿਕਸ ਆ ਨਾ, ਉਹਦੇ ਵਿੱਚ ਜ਼ਿਆਦਾਤਰ ਬਜ਼ੁਰਗੇ ਫਿੱਟ ਕਰੇ ਹੁੰਦੇ ਨੇ, ਉਹਨਾਂ ਨੂੰ ਲੱਗਦਾ ਹੀ ਨਹੀਂ ਹੁੰਦਾ ਵੀ ਆਹ ਹੋ ਜਾਊਗਾ, ਕਿਉਂਕਿ ਉਮਰ ਦਾ ਤਕਾਜ਼ਾ ਹੁੰਦਾ। ਲੇਕਿਨ ਨੌਜਵਾਨਾਂ ਦੇ ਵਿੱਚ ਇੱਕ ਜੋਸ਼ ਹੁੰਦਾ, ਉਹ ਜੋਸ਼ ਤੁਸੀਂ ਭਰ ਸਕਦੇ ਹੋ। ਤੁਸੀਂ ਭਰੋ, ਤੁਸੀਂ ਅਗਵਾਈ ਕਰੋ, ਕਿਉਂਕਿ 50 ਸਾਲ ਤੋਂ ਉੱਤੇ ਨਹੀਂ ਲੜ ਹੁੰਦਾ। ਫਿਰ ਐਵੇਂ ਆਪਾਂ ਕਹੀਏ ਲੜਨਾ ਤਾਂ ਨੌਜਵਾਨੀ ਨੇ ਹੁੰਦਾ। ਤੁਸੀਂ ਐਤਕੀ ਸੰਗਤ ਦੇ ਕਹੇ ਤੇ ਐਤਕੀ ਇੱਕ ਵਾਰ ਇੱਥੋਂ ਇਹ ਐਲਾਨ ਕਰ ਦੋ ਕਿ ਪੁੱਤ ਮੇਰਿਓ 6 ਜੂਨ ਨੂੰ ਕੋਈ ਪੱਤਾ ਵੀ ਹਿੱਲ ਕੇ ਦਿਖਾਵੇ, ਜੇ ਫੇਰ ਵੀ ਹਿੱਲ ਗਿਆ ਫੇਰ ਅਸੀਂ ਤੁਹਾਨੂੰ ਕੋਈ ਲਾਂਭਾ ਨਹੀਂ ਦਿੰਦੇ। ਲੇਕਿਨ ਕੌਮ ਇੰਨੀ ਜੋਗੀ ਹੈਗੀ ਹੈ, ਲੇਕਿਨ ਕੌਮ ਨੂੰ ਅਗਵਾਈ ਕਰਨ ਵਾਲਾ ਜਥੇਦਾਰ ਚਾਹੀਦਾ। ਮੈਂ ਤਾਂ ਤੁਹਾਨੂੰ ਸਪਸ਼ਟ ਦੱਸਾਂ, ਕਿਉਂਕਿ ਮੈਂ ਗੋਲ ਜੀ ਗੱਲ ਤਾਂ ਨਹੀਂ ਕਰਦਾ ਹੁੰਦਾ। ਮੈਂ ਤਾਂ ਸਰਦਾਰ ਜਗਤਾਰ ਸਿੰਘ, ਭਾਈ ਜਗਤਾਰ ਸਿੰਘ ਉਹਨਾਂ ਦਾ ਸੱਜਣ ਹੈ ਪੂਰਾ, ਠੀਕ ਹੈ ਨਹੀਂ, ਪਰ ਮੈਂ ਤੁਹਾਡੀ ਇੰਨੀ ਕੁ ਰਿਸਪੈਕਟ ਕਰਦਾ ਕਿ ਤੁਸੀਂ ਸ਼ਾਇਦ ਕਲਪਨਾ ਨਹੀਂ ਕਰ ਸਕਦੇ। ਮੈਨੂੰ ਮੈਸੇਜ ਵੀ ਤੁਹਾਡਾ 2-3 ਦਿਨ ਹੋ ਗਏ ਮਿਲਿਆ ਸੀਗਾ ਕਿ ਆਪਾਂ 4 ਘੰਟੇ ਮਿਲਣਾ। ਮੈਂ ਆਉਂਗਾ ਜ਼ਰੂਰ ਕੌਮੀ ਗੱਲਾਂ ਕਰਨ ਵਾਸਤੇ। ਜਗਜੀਤ ਸਿੰਘ ਆ ਮੁੰਡਾ, ਮੇਰਾ ਮਿੱਤਰ ਹੈ ਬਹੁਤ, ਤੁਹਾਡਾ ਕਲਾਸ ਫੇਲੋ ਰਿਹਾ, ਲੰਬਾ ਸਮਾਂ ਤੁਹਾਡੇ ਨਾਲ ਪੜ੍ਹਦਾ ਰਿਹਾ। ਲੇਕਿਨ ਕੌਮ ਦੀ ਜਦ ਗੱਲ ਹੋਊਗੀ, ਉਹ ਅਗਵਾਈ, ਉਹ ਪ੍ਰੋਗਰਾਮ ਕੌਮ ਪੱਖੀ ਚਾਹੇ ਕੋਈ ਦਵੇ, ਉੱਥੇ ਫਿਰ ਇੱਕ ਦੂਸਰੇ ਤੇ ਟੀਕਾ ਟਿੱਪਣੀਆਂ ਕਰਨ ਦਾ ਸਮਾਂ ਨਹੀਂ ਹੁੰਦਾ। ਹੁਣ 2-3 ਸਮੇਂ ਹੈਗੇ ਨੇ, ਆ ਮੋਰਚੇ ਲੱਗੇ ਹੋਏ ਨੇ 4-5 ਸਿੰਘ ਸਾਹਿਬ, 4-5 ਮੋਰਚੇ ਲੱਗੇ ਹੋਏ ਨੇ। ਉੱਥੇ ਥੋੜੀ ਸੰਗਤ ਹੁੰਦੀ ਆ, ਬਿਲਕੁਲ ਮੋਰਚਿਆਂ ਵਾਲੀ ਗੱਲ ਨਹੀਂ ਉੱਥੇ ਲੱਗਦੀ। ਕਿਉਂ ਨਾ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਮੋਰਚਾ ਬੰਦੀ ਸਿੰਘਾਂ ਦਾ ਤੇ ਇੱਕ ਹੋਰ ਇਹਨਾਂ ਨਾਲ ਲਾ ਕੇ, ਨਾਲੇ ਆ ਜਿਹੜਾ ਦੂਆ ਲਾਣਾ ਕਹਿੰਦਾ ਸੀ ਕਿ ਸਿੱਖ ਕੌਮ ਆਪਣੇ ਤੌਰ ਤੇ ਲੜ ਕੇ ਦੇਖ ਲਵੇ, ਯਾਰ ਲੜ ਕੇ ਦੇਖ ਤਾਂ ਲਈਏ ਨਾ ਜਿਉਂਦੇ ਜੀ। ਇੱਕ ਮੋਰਚਾ ਸਿੱਖ ਕੌਮ ਬੰਦੀ ਸਿੰਘਾਂ ਲਈ, ਔਰ ਇੱਕ ਹੋਰ ਆਪਣੇ ਜਿਹੜੇ ਕੌਮ ਦੇ ਪੰਜਾਬ ਦੇ ਮਸਲੇ ਨੇ ਉਹਨਾਂ ਲਈ ਇੱਕ ਮੋਰਚੇ ਦਾ ਜ਼ਰੂਰ ਐਲਾਨ ਕਰੋ, ਜਿਸ ਦੀ ਰਹਿਨਮਾਈ ਅਕਾਲ ਤਖਤ ਸਾਹਿਬ ਕਰੇ। ਫਿਰ ਹੱਥ ਦੇਖਿਓ, ਫਿਰ ਇਹਨਾਂ ਨੂੰ ਬਾਣੀ ਕਿਵੇਂ ਨੌਜਵਾਨ ਪਾਉਂਦੇ ਨੇ,
ਉਹ ਤੁਹਾਡੀ ਰਹਿਨਮਾਈ ਚਾਹੀਦੀ ਆ। ਜਿਵੇਂ ਇੱਕ ਸਿੱਖ ਨੌਜਵਾਨ ਕਹਿ ਕੇ ਗਿਆ ਕਿ ਜਦ ਪਿੱਛੇ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਖੜੇ ਹੁੰਦੇ ਨੇ ਨਾ, ਫੇਰ ਕੌਮ ਦੁੱਗਣੇ ਚੌਗਣੇ ਜੋਸ਼ ਨਾਲ ਲੜਦੀ ਆ। ਲੇਕਿਨ ਬਾਣੀ ਤਾਂ ਹੁਣ ਪਾਈ ਫਿਰਦੇ ਨੇ, ਹੁਣ ਤੱਕ ਤਾਂ ਕੋਈ ਜਥੇਬੰਦੀ ਵੀ ਨਹੀਂ ਪੂਰੀ ਖੜਦੀ। ਬਾਅਦ ਚ ਆਉਂਦੇ ਹੁੰਦੇ ਨੇ ਪ੍ਰੈਸ ਕਾਨਫਰੰਸ ਕਰਨ ਕੇ ਹਾਂ ਜੀ ਆਹ ਹੋ ਗਿਆ ਉਹ ਹੋ ਗਿਆ। ਤੁਸੀਂ ਅੱਜ ਇੱਥੇ ਇਕੱਠ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਇੱਕ ਵਾਰ ਫੇਰ ਕੌਮ ਸਿਰ ਜੋੜ ਕੇ ਬੈਠੀ, ਤੁਸੀਂ ਸੱਦਾ ਦਿੱਤਾ ਔਰ ਤੁਸੀਂ ਹੁਣ ਅੱਜ ਇੱਥੇ ਇਸ ਗੱਲ ਨੂੰ ਇੱਕ ਪਾਸੇ ਲਾ ਕੇ ਜਾਇਓ। ਇੱਕ ਤਾਂ ਬੰਦੀ ਸਿੰਘਾਂ ਵਾਲਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਰੀ ਸਿੱਖ ਕੌਮ ਨੂੰ ਚੈਲੰਜ ਹੈ ਕਿ 25-25 ਸਾਲ ਹੋ ਗਏ ਆਪਣੇ ਉਹ ਨੌਜਵਾਨ, ਉਹਨਾਂ ਦੀ ਨਿੱਜ ਦੀ ਲੜਾਈ ਨਹੀਂ ਸੀ ਕੋਈ, ਕੌਮ ਲਈ ਉਹ ਲੜੇ ਨੇ ਔਰ ਉਹਨਾਂ ਵਾਸਤੇ ਸਾਰੀ ਸਿੱਖ ਕੌਮ ਏਕਤਾ ਦਿਖਾ ਕੇ ਇੱਕ ਜਿਹੜੇ ਪੰਜਾਬ ਦੇ ਮਸਲੇ ਨੇ, ਜੇ ਸਾਨੂੰ ਪੱਥਰ ਕੋਲਾ ਮੁੱਲ ਮਿਲ ਸਕਦਾ ਤਾਂ ਫਿਰ ਸਾਡਾ ਪਾਣੀ ਮੁਫਤ ਕਿਵੇਂ ਲਿਜਾ ਸਕਦੇ ਨੇ ਯਾਰ। ਨਹਿਰਾਂ ਨੂੰ ਨੱਕੇ ਕਈ ਲੈ ਕੇ ਲਾਉਣ ਤਾਂ ਚੱਲੀਏ ਨਾ, ਫਿਰ ਇਹਨਾਂ ਨਾਲ ਕਰਾਂਗੇ ਬੈਠ ਕੇ ਗੱਲ। ਜਦ ਮੋੜੇ ਨੱਕੇ ਨਹਿਰਾਂ ਦੇ ਫੇਰ ਆਪੇ ਫਿਰਨਗੇ ਪਿੱਛੇ। ਕਦੇ ਵੀ ਆਪਣੀ ਐਡੀ ਚੜ੍ਹਦੀ ਕਲਾ ਵਾਲੀ ਕੌਮ ਹੈ, ਇੰਨੀਆਂ ਸ਼ਹਾਦਤਾਂ ਨੇ, ਐਡਾ ਵੱਡਾ ਇਤਿਹਾਸ ਆ ਕੌਮ ਦਾ, ਕਦੇ ਬੈਕ ਫੁੱਟ ਤੇ ਪਿੱਛੇ ਨਾ ਚੱਲੋ, ਅੱਗੇ ਲੱਗੋ, ਪਿੱਛੇ ਇਹ ਤੁਰੇ ਫਿਰਨਗੇ। ਫਿਰ ਇਹਨਾਂ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਪਿੱਛੇ ਪਿੱਛੇ ਤੁਰੇ ਫਿਰਦੇ ਸੀ। ਜਦ ਜਦ ਕੌਮ ਦਾ ਦਬਦਬਾ ਹੋਊਗਾ, ਜਦ ਜਦ ਕੌਮ ਸਮਰੱਥਾ ਨਾਲ ਲੜੂਗੀ। ਆਪਾਂ ਦੇਖਿਆ ਕਿ 26 ਜਨਵਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਜਿਹੜੀਆਂ ਬਾਰ-ਬਾਰ ਇਹ ਗੱਲ ਕਹਿੰਦੀਆਂ ਸੀ ਕੌਮ ਦੀ ਲੜਾਈ ਨਹੀਂ ਜੀ, ਕੌਮ ਦੀ ਨਹੀਂ, ਇਹਨੂੰ ਧਾਰਮਿਕ ਨਾ ਬਣਾਓ, ਕੋਈ ਚਪੜਾਸੀ ਵੀ ਨਹੀਂ ਮਿਲਣ ਆਇਆ। ਲੇਕਿਨ ਜਿੰਨਾ ਚਿਰ 26 ਜਨਵਰੀ ਤੱਕ ਕੌਮ ਦਾ ਦਬਦਬਾ ਸੀ ਨਾ, ਹਰ ਇੱਕ ਦਿਨ ਛੱਡ ਕੇ ਮੀਟਿੰਗ ਹੁੰਦੀ ਸੀ। ਕੌਮਾਂ ਹੀ ਸਟੇਟ ਨਾਲ ਟਕਰਾਉਂਦੀਆਂ ਹੁੰਦੀਆਂ ਨੇ। ਮੈਂ ਇਸ ਗੱਲ ਦਾ ਹਮੇਸ਼ਾ ਜ਼ੋਰ ਦਿੰਦਾ ਹੁੰਦਾ ਕਿ ਜਦੋਂ ਵੀ ਸਟੇਟ ਨਾਲ ਦਿੱਲੀ ਨਾਲ ਟਕਰਾਊਗੀ ਤਾਂ ਕੌਮ ਟਕਰਾਊਗੀ, ਕਦੇ ਯੂਨੀਅਨਾਂ ਸਟੇਟਾਂ ਨਾਲ ਨਹੀਂ ਟਕਰਾਉਂਦੀਆਂ ਹੁੰਦੀਆਂ। ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਸਭ ਤੋਂ ਜੇ ਉਪਜਾਊ ਧਰਤੀ ਹੈ ਤੇ ਕੇਵਲ ਪੰਜਾਬ ਦੀ ਹੈ। ਤੇ ਪੰਜਾਬ ਤੋਂ ਮੇਰਾ ਮਤਲਬ ਇਹ ਅੱਜ ਦਾ ਪੰਜਾਬ ਨਹੀਂ, ਬਲਕਿ ਯਮਨਾ ਦਰਿਆ ਤੋਂ ਲੈ ਕੇ ਅਟਕ ਦਰਿਆ ਤੱਕ ਦਾ ਜਿਹੜਾ ਪੰਜਾਬ ਹੈ, ਜਿਹਨੂੰ ਮਹਾ ਪੰਜਾਬ ਆਪਾਂ ਕਹਿ ਦਈਏ, ਅਤ ਕਥਨੀ ਨਹੀਂ ਹੈ। ਇਹ ਧਰਤੀ ਜਿਹੜੀ ਹੈ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਹੈ। ਇਹਦਾ ਅੱਧਾ ਹਿੱਸਾ ਪਾਕਿਸਤਾਨ ਦੇ ਕੋਲ ਹੈ ਔਰ ਅੱਧਾ ਹਿੱਸਾ ਭਾਰਤ ਦੇ ਵਿੱਚ ਹੈ। ਪਾਕਿਸਤਾਨ ਦੇ ਅੱਧੇ ਹਿੱਸੇ ਦਾ ਤਾਂ ਮੈਨੂੰ ਬਹੁਤਾ ਨਹੀਂ ਪਤਾ ਹੈ, ਪਰ ਜਿਹੜਾ ਭਾਰਤ ਦੇ ਕੋਲ ਅੱਧਾ ਹਿੱਸਾ ਹੈ ਪੰਜਾਬ ਦਾ, ਇਹ ਸਾਡੇ ਰਾਹੀਂ ਜਿਸ ਸਟੇਟ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਤਕਰੀਬਨ ਬਰਬਾਦ ਕਰ ਦਿੱਤਾ ਗਿਆ। ਇਹ ਜਿਹੜੀ ਉਪਜਾਊ ਧਰਤੀ ਹੈ ਪੰਜਾਬ ਦੀ, ਚਾਹੇ ਉਹ ਹਰਿਆਣਾ ਹੈ, ਚਾਹੇ ਉਹ ਇਹ ਪੰਜਾਬ ਜਿਹਨੂੰ ਅਸੀਂ ਪੰਜਾਬ ਕਹਿੰਦੇ, ਜਾਂ ਕਹਿ ਦਿਓ ਕਿ ਪੰਜਾਬ ਦਾ ਉਹ ਹਿੱਸਾ ਜਿਹੜਾ ਭਾਰਤ ਦੇ ਵਿੱਚ ਹੈ, ਇਹ ਜਿਹੜੀ ਧਰਤੀ ਹੈ ਇਹ ਸਾਡੇ ਰਾਹੀਂ ਬਰਬਾਦ ਕਰ ਦਿੱਤੀ ਗਈ ਹੈ ਸਟੇਟ ਨੇ। ਔਰ ਬਰਬਾਦ ਇਸ ਕਰਕੇ ਕੀਤੀ ਹੈ ਤਾਂ ਕਿ ਅਸੀਂ ਇਸ ਧਰਤੀ ਨੂੰ ਛੱਡ ਕੇ ਫਿਰ ਚਲੇ ਜਾਈਏ, ਵੀ ਇਹ ਬਰਬਾਦ ਹੋ ਗਈ, ਹੁਣ ਅਸੀਂ ਚੱਲੇ ਹਾਂ, ਤੇ ਫਿਰ ਅਸੀਂ ਇਸ ਧਰਤੀ ਦੇ ਵਾਰਸ ਬਣ ਜਾਈਏ। ਕਿੰਨੀ ਬਰਬਾਦ ਕਰਤੀ ਹੈ। ਇੱਥੇ ਫਸਲਾਂ ਵੀ ਖਰਾਬ ਹੋ ਗਈਆਂ, ਨਸਲਾਂ ਵੀ ਖਰਾਬ ਹੋ ਗਈਆਂ। ਜਿਹੜੀਆਂ ਫਸਲਾਂ ਅੱਜ ਸਾਨੂੰ ਇਸ ਧਰਤੀ ਦੇ ਉੱਤੇ ਪੈਦਾ ਹੁੰਦੀਆਂ ਦਿਖ ਰਹੀਆਂ, ਇਹ ਫਸਲਾਂ ਬੀਜ ਰਾਹੀਂ ਨਹੀਂ ਪੈਦਾ ਹੋ ਰਹੀਆਂ, ਇਹ ਧਰਤੀ ਨਾਲ ਬਲਾਤਕਾਰ ਕਰਕੇ ਪੈਦਾ ਹੋ ਰਹੀਆਂ। ਹਰਿਆਣੇ ਦੇ ਅੰਕੜਿਆਂ ਦਾ ਤਾਂ ਮੈਨੂੰ ਨਹੀਂ ਪਤਾ, ਪਰ ਪੰਜਾਬ ਦੇ ਵਿੱਚ 625 ਅਜਿਹੇ ਸੈਂਟਰ ਖੁੱਲ੍ਹ ਚੁੱਕੇ ਹੈ ਜਿੱਥੇ ਟੈਸਟ ਟਿਊਬ ਬੇਬੀ ਰਾਹੀਂ ਬੱਚਿਆਂ ਦੇ ਜਨਮ ਹੋ ਰਹੇ ਆ। ਲੜਕੀਆਂ ਸਾਡੀਆਂ ਪੰਜਾਬ ਦੀਆਂ, ਲੇਕਿਨ ਸੀਮਨ ਜਿਹੜਾ ਆ ਰਿਹਾ ਉਹ ਗੈਰ ਪੰਜਾਬੀਆਂ ਦਾ ਆ ਰਿਹਾ। ਕਿਉਂ? ਕਦੇ ਅਸੀਂ ਸਿਰ ਜੋੜ ਕੇ ਬੈਠ ਕੇ ਇਸ ਤਰ੍ਹਾਂ ਚਿੰਤਨ ਕਰਨ ਦਾ ਸੁਭਾਗਾ ਸਮਝ ਨਹੀਂ ਜਿਹੜਾ ਹੈ ਉਹ ਪ੍ਰਾਪਤ ਕੀਤਾ। ਔਰ ਇਹ ਸੋਚਣ ਵਾਲੀ ਗੱਲ ਹੈ ਕਿ ਸਾਡੀਆਂ ਫਸਲਾਂ ਵੀ ਔਰ ਸਾਡੀਆਂ ਨਸਲਾਂ ਵੀ ਇਸ ਧਰਤੀ ਤੋਂ ਉਜਾੜੀਆਂ ਜਾ ਰਹੀਆਂ ਨੇ।
ਇਹ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਇਸ ਧਰਤੀ ਨੂੰ ਛੱਡ ਕੇ ਚਲੇ ਜਾਈਏ ਔਰ ਛੱਡ ਕੇ ਜਾ ਵੀ ਰਹੇ ਹਾਂ। ਕਹਿੰਦੇ ਜੀ ਰੋਜ਼ਗਾਰ ਦੀ ਸਮੱਸਿਆ ਹੈ ਤਾਂ ਕਰਕੇ ਸਾਡਾ ਨੌਜਵਾਨ ਵਿਦੇਸ਼ਾਂ 'ਚ ਜਾ ਰਿਹਾ। 50-50 ਏਕੜ ਦਾ ਕੱਲਾ ਇੱਕ ਮਾਲਕ ਬੱਚਾ ਜਿਹੜਾ ਉਹ ਵੀ ਬਾਹਰ ਜਾ ਰਿਹਾ, ਉਹਨੂੰ ਕੀ ਸਮੱਸਿਆ ਹੈ? ਸਰਕਾਰੀ ਨੌਕਰੀ ਕਰਦੇ ਜਿਹੜੇ ਨੇ ਉਹ ਬਾਹਰ ਜਾ ਰਹੇ ਆ, ਉਹਨਾਂ ਨੂੰ ਕੀ ਸਮੱਸਿਆ ਹੈ? ਉਹਨਾਂ ਨੂੰ ਕੀ ਦਿੱਕਤ ਹੈ? ਇੱਕ ਤਾਂ ਇਹ ਅਣਡਿੱਠਾ ਜ਼ੁਲਮ ਸਾਡੇ ਉੱਪਰ ਹੋ ਰਿਹਾ ਹੈ, ਜਿਹਨੂੰ ਬਚਣ ਦੀ ਬੜੀ ਜ਼ਰੂਰਤ ਹੈ, ਸੋਚਣ ਦੀ ਬੜੀ ਜ਼ਰੂਰਤ ਹੈ। ਤੇ ਦੂਸਰਾ ਜਿਹੜਾ ਧੱਕਾ ਹੈ ਉਹ ਸਾਡੇ ਨਾਲ 1947 ਤੋਂ ਹੋ ਰਿਹਾ, ਸਰੀਰਕ ਤੌਰ ਤੇ ਗੁਲਾਮ ਕਰਨ ਵਾਸਤੇ ਨੈਰੇਟਿਵ ਸਿਰਜੇ ਜਾ ਰਹੇ ਨੇ, ਬਿਰਤਾਂਤ ਸਿਰਜੇ ਜਾ ਰਹੇ ਨੇ ਸਾਡੇ ਅਗੇਂਸਟ, ਸਾਡੇ ਖਿਲਾਫ। ਔਰ ਬਿਰਤਾਂਤ ਸਿਰਜ ਕੌਣ ਰਹੀ ਹੈ? ਸਟੇਟ ਸਿਰਜ ਰਹੀ ਹੈ, ਸਟੇਟ ਸਿਰਜ ਰਹੀ ਹੈ। ਇੱਕ ਗੱਲ ਸਮਝਣ ਵਾਲੀ ਹੈ ਕਿ ਸਟੇਟ ਦਾ ਕੋਈ ਧਰਮ ਨਹੀਂ ਹੁੰਦਾ। ਹਾਂ, ਸਟੇਟ ਆਪਣੀ ਸਥਾਪਤੀ ਲਈ ਧਰਮ ਦੀ ਵਰਤੋਂ ਜ਼ਰੂਰ ਕਰਦੀ। ਸਟੇਟ ਦਾ ਕੋਈ ਧਰਮ ਨਹੀਂ ਹੁੰਦਾ। ਸਟੇਟ ਆਪਣੀ ਸਥਾਪਤੀ ਲਈ, ਆਪਣੀ ਚਿਰ ਕਾਇਮੀ ਲਈ ਧਰਮ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰਦੀ। ਚਾਹੇ ਉਹ ਮੁਗਲ ਸਟੇਟ ਸੀ, ਚਾਹੇ ਉਹ ਬ੍ਰਿਟਿਸ਼ ਸਟੇਟ ਸੀ, ਤੇ ਚਾਹੇ ਉਹ ਮੌਜੂਦਾ ਸਟੇਟ ਹੈ। ਜੇ ਕੋਈ ਹਿੰਦੂ ਇਹ ਕਹਿੰਦਾ ਨਾ ਕਿ ਸਟੇਟ ਸਾਡੇ ਬਾਰੇ ਸੋਚਦੀ ਹੈ, ਸਾਡੇ ਲਈ ਲੜ ਰਹੀ ਹੈ, ਤੇ ਉਹ ਬਹੁਤ ਗਲਤ ਫਹਿਮੀ 'ਚ ਹੈ, ਬਹੁਤ ਗਲਤ ਫਹਿਮੀ 'ਚ, ਭੁਲੇਖੇ 'ਚ ਹੈ ਕਿ ਸਟੇਟ ਉਹਦੇ ਬਾਰੇ ਸੋਚਦੀ ਹੈ, ਉਹਦੇ ਲਈ ਲੜ ਰਹੀ ਹੈ। ਲੜਦੀ ਦਿਸਦੀ ਹੈ, ਸੋਚਦੀ ਦਿਸਦੀ ਹੈ ਸਿਰਫ ਆਪਦੀ ਸਥਾਪਤੀ ਲਈ। ਵੋਟਾਂ ਦਾ ਧਰੁਵੀਕਰਨ ਜਿਹੜਾ ਹੈ ਉਹ ਇਸ ਦੇਸ਼ ਦੇ ਅੰਦਰ ਰਾਜਨੀਤੀ ਦਾ ਪਹਿਲਾ ਅਸੂਲ ਬਣ ਚੁੱਕਿਆ। ਵੋਟਾਂ ਦਾ ਧਰੁਵੀਕਰਨ ਕਰਨ ਦੀ ਜਿਹੜੀ ਚਾਲ ਸੀ, ਸਾਜ਼ਿਸ਼ ਸੀ, ਉਸੇ ਨੇ ਹੀ 84 ਦਾ ਜਿਹੜਾ ਘੱਲੂਘਾਰਾ ਸੀ ਉਹਨੂੰ ਜਨਮ ਦਿੱਤਾ ਸੀ। ਔਰ ਵੋਟਾਂ ਦੇ ਧਰੁਵੀਕਰਨ ਨਹੀਂ ਅੱਜ ਮੁਸਲਮਾਨਾਂ ਨੂੰ ਹਾਸ਼ੀਏ ਤੇ ਧੱਕਿਆ ਹੋਇਆ, ਤੇ ਵੋਟਾਂ ਦੇ ਧਰੁਵੀਕਰਨ ਕਾਰਨ ਹੀ ਪਟਿਆਲਾ ਕਾਂਡ ਵਾਪਰਿਆ। ਪਟਿਆਲਾ ਕਾਂਡ ਜਿਹੜਾ ਹੈ ਉਹ ਵੋਟਾਂ ਦੇ ਧਰੁਵੀਕਰਨ ਕਰਨ ਦੇ ਮਕਸਦ ਲਈ ਹੀ ਵਰਤਿਆ ਹੈ, ਵਾਪਰਿਆ ਹੈ। ਕਿ ਪਹਿਲਾਂ ਇੱਕ ਭਾਈਚਾਰੇ ਦੇ ਮਨ ਦੇ ਵਿੱਚ ਡਰ ਪੈਦਾ ਕਰੋ ਕਿ ਤੁਹਾਡੇ ਲਈ ਆਹ ਲੋਕ ਜਿਹੜੇ ਨੇ ਖਤਰਾ ਨੇ। ਜਦੋਂ ਉਸ ਭਾਈਚਾਰੇ ਦੇ ਮਨ ਦੇ ਵਿੱਚ ਡਰ ਪੈਦਾ ਹੋ ਜਾਏ ਕਿ ਆਹ ਲੋਕ ਖਤਰਾ ਹੈ, ਫਿਰ ਉਹਨਾਂ ਲੋਕਾਂ ਨੂੰ ਫੜ ਕੇ ਕੁੱਟੋ, ਮਾਰੋ, ਉਹਨਾਂ ਤੇ ਪਰਚੇ ਦਿਓ, ਉਹਨਾਂ ਨੂੰ ਬੰਦ ਕਰ ਦਿਓ। ਤੇ ਫਿਰ ਉਹ ਦੂਜੀ ਧਿਰ ਜਿਹੜੀ ਹੈ ਉਹ ਸੋਚਦੀ ਹੈ ਵੀ ਸਾਨੂੰ ਇਹੋ ਹੀ ਬਚਾ ਸਕਦੀ ਹੈ, ਔਰ ਦਿਲ ਖੋਲ ਕੇ ਉਹਨਾਂ ਨੂੰ ਆਪਣੇ ਮਤ ਦਾ, ਵੋਟ ਦਾ ਦਾਨ ਦੇ ਦਿੰਦੀ। ਇਹ ਤਰਾਸਦੀ ਹੈ ਭਾਰਤ ਦੀ ਰਾਜਨੀਤੀ ਦੀ। ਔਰ ਇਸ ਧਰੁਵੀਕਰਨ ਦੀ ਰਾਜਨੀਤੀ ਨੇ, ਇੱਕ ਗੱਲ ਅਸੀਂ ਭਾਰਤੀ ਸਟੇਜ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਧਰੁਵੀਕਰਨ ਦੀ ਇਹ ਜਿਹੜੀ ਰਾਜਨੀਤੀ ਹੈ ਅਪਣਾਈ ਹੋਈ ਹੈ ਹਰ ਇੱਕ ਪਾਰਟੀ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਬੀਜੇਪੀ ਹੈ, ਤੇ ਚਾਹੇ ਹੁਣ ਝਾੜੂ ਵਾਲੇ ਹੈ। ਧਰੁਵੀਕਰਨ ਦੀ ਰਾਜਨੀਤੀ ਜਿਹੜੀ ਹੈ ਇਹ ਹਿੰਦੁਸਤਾਨ ਦਾ ਬੇੜਾ ਬਿਠਾਏਗੀ। ਔਰ ਇਹ ਹਿੱਤ ਦੇ ਵਿੱਚ ਨਹੀਂ ਹੈ, ਕਿਸੇ ਦੇ ਹਿੱਤ 'ਚ ਨਹੀਂ ਹੈ ਧਰੁਵੀਕਰਨ ਦੀ ਰਾਜਨੀਤੀ, ਨਾ ਸਿੱਖਾਂ ਦੇ, ਨਾ ਹਿੰਦੂਆਂ ਦੇ, ਨਾ ਮੁਸਲਮਾਨਾਂ ਦੇ। ਔਰ ਇਹ ਸਾਨੂੰ ਗੱਲ ਸਾਰਿਆਂ ਨੂੰ ਰਲ ਮਿਲ ਬੈਠ ਕੇ ਸਮਝਣੀ ਪਏਗੀ। ਜਿੰਨੇ ਵੀ ਇਨਸੀਡੈਂਟ ਹੋਏ ਨੇ 1947 ਤੋਂ ਲੈ ਕੇ ਹੁਣ ਤੱਕ, ਪਟਿਆਲਾ ਕਾਂਡ ਜਿਹੜਾ ਹੈ ਇਹ ਲਾਸਟ ਹੈ ਜਿਹੜਾ ਵਾਪਰਿਆ ਪਿਛਲੇ ਦਿਨ। ਇਸ ਤੋਂ ਅੱਗੇ ਵੀ ਵਾਪਰਨ ਦਾ ਖਦਸ਼ਾ ਹੈ। ਜਿੰਨੇ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਨੇ, ਤੁਸੀਂ ਇਹਨਾਂ ਸਾਰਿਆਂ ਦਾ ਅਧਿਐਨ ਕਰਕੇ ਦੇਖਿਓ, ਐਨਾਲਿਸਿਸ ਕਰਕੇ ਦੇਖਿਓ।
ਉਹਦੇ ਪਿੱਛੇ ਤੁਹਾਨੂੰ ਵੋਟਾਂ ਦੇ ਧਰੁਵੀਕਰਨ ਦੀ ਮਨਸ਼ਾ ਨਜ਼ਰ ਆਏਗੀ। ਔਰ ਇਹ ਜਿਹੜਾ ਪਟਿਆਲਾ ਕਾਂਡ ਹੈ, ਇਹਦੇ ਅੰਦਰ ਵੀ ਵੋਟਾਂ ਦੇ ਧਰੁਵੀਕਰਨ ਦੀ ਮਨਸ਼ਾ ਹੈ ਸਰਕਾਰ ਦੇ। ਤੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਆਪਣੀ ਰਾਜ ਸਥਾਪਤੀ ਲਈ ਭਾਈਚਾਰਿਆਂ ਦੇ ਵਿੱਚ ਫੁੱਟ ਪਾਉਣ ਦਾ ਕਾਰਜ ਜਿਹੜਾ ਹੈ ਉਹ ਸਰਕਾਰ ਕਰਨ ਤੋਂ ਬਾਜ਼ ਆਏ। ਭਾਈਚਾਰਿਆਂ ਦਰਮਿਆਨ ਫੁੱਟ ਪਾਉਣ ਦੀ ਜਿਹੜੀ ਇਹ ਗੰਦੀ ਖੇਡ ਸਟੇਟ ਸਿਰਜ ਰਹੀ ਹੈ, ਆਪਣੀ ਸਲਾਮਤੀ ਲਈ, ਆਪਣੇ ਵਿਸਥਾਰ ਲਈ, ਆਪਣੇ ਪਸਾਰ ਲਈ, ਇਸ ਤੋਂ ਸਟੇਟ ਜਿਹੜੀ ਹੈ ਉਹ ਬਾਜ਼ ਆਏ, ਕਿਉਂਕਿ ਇਹ ਸਟੇਟ ਦੇ ਹਿੱਤ ਦੇ ਵਿੱਚ ਵੀ ਨਹੀਂ ਹੈ। ਰਾਜ ਕਿੱਥੇ ਕਰੋਗੇ ਤੁਸੀਂ? ਧਰਤੀ ਤੇ ਵਸਣ ਵਾਲੇ ਲੋਕਾਂ ਤੇ ਹੀ ਰਾਜ ਕਰਨਾ ਨਾ। ਤੇ ਜੇ ਆਪਣੀ ਗੰਦੀ ਰਾਜਨੀਤੀ ਦੇ ਨਾਲ ਧਰਤੀ ਤੇ ਵਸਣ ਵਾਲੇ ਲੋਕਾਂ ਨੂੰ ਤੁਸੀਂ ਆਪਸ ਦੇ ਵਿੱਚ ਲੜਾ ਕੇ ਮਰਵਾ ਦਿੱਤਾ, ਨਫ਼ਰਤ ਪੈਦਾ ਕਰ ਦਿੱਤੀ, ਕਿੱਥੇ ਰਾਜ ਕਰਨਾ ਤੁਸੀਂ? ਇਸ ਕਰਕੇ ਸਰਕਾਰ ਬਾਜ਼ ਆਏ। ਸਿੱਖ ਨੌਜਵਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਨੇ, ਔਰ ਜਿਵੇਂ ਇਸ ਮੰਚ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੌਜਵਾਨਾਂ ਦੇ ਪਰਿਵਾਰਾਂ ਤੱਕ ਨੂੰ ਥਾਣਿਆਂ ਦੇ ਵਿੱਚ ਬੁਲਾ ਕੇ ਜਲੀਲ ਕੀਤਾ ਗਿਆ। ਕੌਮ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਗੱਲ ਨੂੰ। ਜਿਹੜੀਆਂ ਗੈਰ ਜ਼ਰੂਰੀ ਧਾਰਾਵਾਂ ਬਿਨਾਂ ਮਤਲਬ ਦੇ ਜੋੜ ਦਿੱਤੀਆਂ ਗਈਆਂ ਨੇ ਪਰਚਿਆਂ ਦੇ ਵਿੱਚ, ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਧੱਕਾ ਹੈ, ਜ਼ੁਲਮ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਮੈਂ ਇਸ ਮੰਚ ਤੋਂ ਸਟੇਟ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੌਜਵਾਨਾਂ ਤੇ ਤੁਸੀਂ ਗਲਤ ਪਰਚੇ ਕੀਤੇ ਨੇ, ਜਿਨ੍ਹਾਂ ਨੌਜਵਾਨਾਂ ਤੇ ਤੁਸੀਂ ਗਲਤ ਧਾਰਾਵਾਂ ਲਾਈਆਂ ਨੇ, ਜਿਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਤੁਸੀਂ ਥਾਣਿਆਂ ਦੇ ਵਿੱਚ ਬਿਠਾ ਕੇ ਜਲੀਲ ਕੀਤਾ, ਅਸੀਂ ਉਹਨਾਂ ਨੌਜਵਾਨਾਂ ਦੇ ਨਾਲ ਹੈ। ਅਸੀਂ ਨਹੀਂ ਬਲਕਿ ਦੁਨੀਆ ਦਾ ਹਰ ਸਿੱਖ ਜਿਹੜਾ ਹੈ ਉਹ ਨਾਲ ਹੈ, ਚਾਹੇ ਉਹ ਕਿਸੇ ਵੀ ਧਰਤੀ ਦੇ ਵਿੱਚ ਵਸਦਾ ਹੈ, ਚਾਹੇ ਉਹ ਅਮਰੀਕਾ ਰਹਿੰਦਾ ਹੈ, ਕੈਨੇਡਾ ਰਹਿੰਦਾ ਹੈ, ਸਾਰੇ ਸਿੱਖ ਅਸੀਂ ਉਹਨਾਂ ਦੇ ਨਾਲ ਆ। ਔਰ ਅਸੀਂ ਇਹ ਵੀ ਅਪੀਲ ਕਰਾਂਗੇ ਸਾਰੀ ਸਿੱਖ ਸੰਗਤ ਨੂੰ ਇੱਥੇ ਬੈਠੀ ਹੈ, ਜਿਵੇਂ ਇੱਥੇ ਸੁਝਾਅ ਦਿੱਤਾ ਹੈ ਕਿ ਕਮੇਟੀ ਬਣਾਈ ਜਾਏ ਸਾਂਝੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ। ਕਮੇਟੀ ਤੁਸੀਂ ਬਣਾਉਣੀ ਹੈ। ਆ ਭਾਈ ਪਰਮਪਾਲ ਸਿੰਘ ਬੈਠੇ ਨੇ, ਹੋਰ ਸਾਰੇ ਬੈਠੇ ਨੇ। ਕਮੇਟੀ ਤੁਸੀਂ ਬਣਾਉਣੀ ਹੈ। ਤੁਸੀਂ ਬਣਾ ਕੇ ਸਾਨੂੰ ਦੱਸ ਦਿਓ, ਜਿਹੜੀ ਕਮੇਟੀ ਤੁਸੀਂ ਬਣਾਓਗੇ ਸਾਡੇ ਵੱਲੋਂ ਉਹ ਪ੍ਰਵਾਨ ਹੋਏਗੀ। ਕਿਉਂਕਿ ਤੁਹਾਨੂੰ ਜ਼ਿਆਦਾ ਪਤਾ ਹੈ ਸਾਡੇ ਨਾਲੋਂ ਕਿ ਕਿਹੜੇ ਗੁਰਸਿੱਖ ਜਿਹੜੇ ਨੇ ਉਹ ਕਾਰਜਸ਼ੀਲ ਹੈ, ਕਾਰਜਸ਼ੀਲ ਰਹਿ ਸਕਦੇ ਨੇ, ਵਧੀਆ ਕੰਮ ਕਰ ਸਕਦੇ ਨੇ। ਉਹ ਫਿਰ ਜਿਹੜੀ ਕਮੇਟੀ ਬਣੇਗੀ, ਜਿਹੜੀ ਕਮੇਟੀ ਤੁਸੀਂ ਬਣਾਓਗੇ, ਉਹਨਾਂ ਨਾਲ ਬੈਠ ਕੇ ਫਿਰ ਅਗਲੀ ਰਣਨੀਤੀ ਜਿਹੜੀ ਹੈ ਉਹ ਜ਼ਰੂਰ ਘੜੀ ਜਾਏਗੀ। ਤੇ ਫਿਰ ਉਹਦਾ ਐਲਾਨ ਜਿਹੜਾ ਹੈ ਉਸ ਕਮੇਟੀ ਵੱਲੋਂ ਜਿਹੜੀ ਰਣਨੀਤੀ ਘੜੀ ਜਾਏਗੀ, ਜਿਹੜੀ ਨੀਤੀ ਬਣਾਈ ਜਾਏਗੀ, ਉਹਦਾ ਐਲਾਨ ਜਿਹੜਾ ਹੈ ਉਹ ਮੀਡੀਆ ਰਾਹੀਂ ਆਪ ਸਿੱਖ ਸੰਗਤਾਂ ਤੱਕ ਪਹੁੰਚਾ ਦਿੱਤਾ ਜਾਏਗਾ। ਕਿਉਂਕਿ ਆਪਾਂ ਨੂੰ ਹੁਣ ਡਿਪਲੋਮੈਟਿਕ ਜਿਹੜਾ ਹੈ ਉਹ ਹੋਣਾ ਪੈਣਾ ਹੈ। ਅਸੀਂ ਡਿਪਲੋਮੈਟਿਕ ਨਹੀਂ ਹਾਂ। ਇੱਕ ਇਹ ਵੀ ਸਾਡੀ ਸਮੱਸਿਆ ਕਿ ਅਸੀਂ ਡਿਪਲੋਮੈਟਿਕ ਨਹੀਂ ਹਾਂ। ਜਿਵੇਂ ਇੱਥੋਂ ਵੀਰ ਵੀ ਬੋਲ ਕੇ ਗਏ ਆ, ਅਸੀਂ ਜਜ਼ਬਾਤੀ ਹਾਂ। ਇਹ ਸਾਡਾ ਸੁਭਾਅ ਹੈ, ਇਹ ਸਾਡਾ ਸੁਭਾਅ ਹੈ ਕਿ ਅਸੀਂ ਜਜ਼ਬਾਤੀ ਹਾਂ, ਜਜ਼ਬਾਤੀ ਹੋ ਜਾਂਦੇ ਹਾਂ। ਪਰ ਜਜ਼ਬਾਤੀ ਹੋਇਆਂ ਕਈ ਗੱਲਾਂ ਜਿਹੜੀਆਂ ਉਹ ਗਲਤ ਹੋ ਜਾਂਦੀਆਂ। ਇਸ ਕਰਕੇ ਅਸੀਂ ਡਿਪਲੋਮੈਟਿਕ ਹੋਈਏ। ਇੱਕ ਮੈਂ ਜ਼ਰੂਰ ਸਾਰਿਆਂ ਨੂੰ ਕਹੂੰਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਕਿਤਾਬ ਛਾਪਦੀ ਹੈ, ਉਹਦਾ ਨਾਮ ਹੈ ਜਥੇਬੰਦੀ, ਸਿੱਖ ਜਥੇਬੰਦੀ। ਉਹ ਕਿਤਾਬ ਜ਼ਰੂਰ ਪੜ੍ਹੋ ਸਾਰੇ, ਜਿੰਨੇ ਵੀ ਤੁਸੀਂ ਬੈਠੇ ਹੋ, ਜਥੇਬੰਦੀਆਂ ਦੇ ਨੁਮਾਇੰਦੇ ਹੋ, ਜਥੇਬੰਦੀਆਂ ਦੇ ਮੈਂਬਰ ਹੋ, ਹਰ ਇੱਕ ਮੈਂਬਰ ਜਿਹੜਾ ਹੈ ਉਹ ਕਿਤਾਬ ਜਿਹੜੀ ਹੈ ਉਹ ਜ਼ਰੂਰ ਪੜ੍ਹੇ। ਇੱਕ ਵੀਰ ਬੜਾ ਸੋਹਣੀ ਗੱਲ ਕਰਕੇ ਗਿਆ ਹੈ ਕਿ ਲੜਾਈ ਜਿਹੜੀ ਹੈ ਸੰਗਠਨ ਲੜਦੇ ਹੁੰਦੇ ਆ, ਔਰ ਜਿਹੜੀ ਲੜਾਈ ਸੰਗਠਨ ਲੜਦੇ ਹੁੰਦੇ ਆ ਉਹ ਲੜਾਈ ਕਾਮਯਾਬੀ ਹੁੰਦੀ ਹੈ। ਸਾਨੂੰ ਸੰਗਠਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੈਡਰ ਡਿਵੈਲਪ ਕਰਨਾ ਪਏਗਾ, ਤੇ ਫਿਰ ਉਸ ਕੈਡਰ ਨੂੰ ਸੰਗਠਿਤ ਕਰਨਾ ਪਏਗਾ। ਜਦੋਂ ਅਸੀਂ ਕੈਡਰ ਬਣਾ ਲਿਆ, ਕੈਡਰ ਨੂੰ ਸੰਗਠਿਤ ਕਰ ਲਿਆ, ਫਿਰ ਜਦੋਂ ਉਹ ਸੰਗਠਨ ਜਿਹੜਾ ਲੜਾਈ ਲੜੂਗਾ,
ਤੇ ਅਸੀਂ ਸਟੇਟ ਨੂੰ ਚੁਣੌਤੀ ਦੇ ਸਕਾਂਗੇ। ਵਰਨਾ ਅਸੀਂ ਚੁਣੌਤੀ ਨਹੀਂ ਦੇ ਸਕਾਂਗੇ, ਕਿਉਂਕਿ ਸਟੇਟ ਕੋਲੇ ਪਾਵਰ ਹੈ, ਸਟੇਟ ਕੋਲੇ ਤਾਕਤ ਹੈ। ਇਹ ਗੱਲ ਵੱਖਰੀ ਹੈ ਕਿ ਸਾਡੇ ਕੋਲ ਉਸ ਤੋਂ ਵੱਡੀ ਪਾਵਰ ਹੈ ਗੁਰੂ ਦੀ, ਸਾਡੇ ਕੋਲ ਉਸ ਤੋਂ ਵੱਡੀ ਪਾਵਰ ਹੈ ਗੁਰੂ ਦੀ। ਪਰ ਗੁਰੂ ਦੀ ਜਿਹੜੀ ਸ਼ਕਤੀ ਹੈ, ਗੁਰੂ ਦੀ ਪਾਵਰ ਜਿਹੜੀ ਹੈ, ਗੁਰੂ ਦੀ ਤਾਕਤ ਜਿਹੜੀ ਹੈ, ਉਹ ਸਾਡੇ ਰਾਹੀਂ ਤਾਂ ਜਿਹੜਾ ਹੈ ਉਹ ਪ੍ਰਕਾਸ਼ਿਤ ਹੋਏਗੀ ਜੇ ਅਸੀਂ ਆਪਣਾ ਕੇਡਰ ਡਿਵੈਲਪ ਕਰਕੇ ਉਹਨੂੰ ਸੰਗਠਿਤ ਕਰ ਲਿਆ ਤਾਂ ਮੈਂ ਇਹ ਜ਼ਰੂਰ ਕਹਾਂਗਾ ਕਿ ਕੇਡਰ ਬਣਾਓ, ਸਾਰੇ ਜਥੇਬੰਦੀਆਂ ਸਿਰ ਜੋੜ ਕੇ ਬੈਠੋ, ਕੇਡਰ ਕਾਇਮ ਕਰੋ, ਕੇਡਰ ਨੂੰ ਸੰਗਠਿਤ ਕਰੋ, ਕਿਉਂਕਿ ਬਿਖਰਿਆ ਹੋਇਆ ਕੇਡਰ ਜਿਹੜਾ ਹੈ ਇਹ ਵੀ ਕੁਝ ਨਹੀਂ ਸਵਾਰ ਸਕਦਾ, ਬਿਖਰੀਆਂ ਹੋਈਆਂ ਜਥੇਬੰਦੀਆਂ ਕੁਝ ਨਹੀਂ ਸਵਾਰ ਸਕਦੀਆਂ। ਜਦੋਂ ਸਾਡਾ ਕੇਡਰ, ਸਾਡੀਆਂ ਬਿਖਰੀਆਂ ਹੋਈਆਂ ਜਥੇਬੰਦੀਆਂ ਸੰਗਠਿਤ ਹੋ ਜਾਣਗੀਆਂ ਤੇ ਉਹ ਸੰਗਠਨ ਜਦੋਂ ਕੌਮ ਦੀ ਲੜਾਈ ਲੜੂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਦੇ ਥੱਲੇ, ਤੇ ਗੁਰੂ ਦੀ ਕਲਾ ਜਿਹੜੀ ਹੈ, ਗੁਰੂ ਦੀ ਸ਼ਕਤੀ ਜਿਹੜੀ ਹੈ ਉਹ ਜ਼ਰੂਰ ਵਰਤੇਗੀ। ਅਤੇ ਜਦੋਂ ਗੁਰੂ ਦੀ ਸ਼ਕਤੀ ਵਰਤੇਗੀ ਤਾਂ ਮੈਂ ਦਾਅਵੇ ਨਾਲ ਕਹਿਣਾ ਹੈ ਕਿ ਜਦੋਂ ਗੁਰੂ ਦੀ ਸ਼ਕਤੀ ਵਰਤ ਗਈ ਤੇ ਫਿਰ ਇਹ ਲਾਲ ਕਿਲਾ ਜਿਹੜਾ ਹੈ ਉਹ ਜ਼ਰੂਰ ਝੁਕੇਗਾ। ਮੈਂ ਇੱਕ ਤਸਵੀਰ ਦੇਖੀ ਸੀ ਬੜੀ ਖੂਬਸੂਰਤ, ਕਾਫੀ ਸਾਲ ਪਹਿਲਾਂ। ਇੱਕ ਸਿੰਘ ਲਾਲ ਕਿਲੇ ਦੇ ਕੋਲ ਗੁਜ਼ਰਿਆ ਜਾਂਦਾ ਹੈ ਔਰ ਲਾਲ ਕਿਲੇ ਨੂੰ ਕਹਿੰਦਾ ਹੈ, ਉਹ ਲਾਲ ਕਿਲਿਆ, ਤੂੰ ਮੇਰੇ ਅੱਗੇ ਝੁੱਕ ਕੇ ਸਲਾਮ ਨਹੀਂ ਕੀਤੀ? ਤੇ ਅੱਗੋਂ ਲਾਲ ਕਿਲਾ ਕਹਿੰਦਾ, ਤੂੰ ਕਿਹੜਾ ਬਘੇਲ ਸਿੰਘ ਹੈ? ਤਾਂ ਸਾਨੂੰ ਉਹਨਾਂ ਮਹਾਨ ਯੋਧਿਆਂ, ਸੂਰਬੀਰਾਂ ਦੇ ਵਾਰਸ ਜਿਹੜਾ ਹੈ ਉਹ ਬਣ ਕੇ ਦਿਖਾਉਣਾ ਪਏਗਾ। ਜਦੋਂ ਸਹੀ ਮਾਇਨੇ 'ਚ ਅਸੀਂ ਵਾਰਸ ਬਣਾਂਗੇ ਤੇ ਗੁਰੂ ਸਾਡੇ ਤੇ ਜ਼ਰੂਰ ਕਿਰਪਾ ਕਰੂ। ਮੇਰਾ ਵਿਸ਼ਵਾਸ ਹੈ ਕਿ ਗੁਰੂ ਉਹਨਾਂ ਸਿੱਖਾਂ ਤੇ ਜ਼ਰੂਰ ਕਿਰਪਾ ਕਰਦਾ ਹੈ ਜਿਹੜਾ ਆਪਣੇ ਮਨ ਤੇ ਪਾਪ ਮਿਟਾ ਕੇ ਗੁਰੂ ਲਈ, ਗੁਰੂ ਕੇ ਪੰਥ ਲਈ ਚੱਲਦੇ ਨੇ ਕਾਫਲੇ ਬਣਾ ਕੇ। ਗੁਰੂ ਦੀ ਕਲਾ ਉਹਨਾਂ ਕਾਫਲਿਆਂ ਦੇ ਵਿੱਚ ਜ਼ਰੂਰ ਵਰਤਦੀ ਹੈ। ਮੈਂ ਤੁਹਾਡਾ ਸਾਰਿਆਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਇਕੱਠੇ ਹੋਏ ਹੋ। ਇਹ ਸ੍ਰੀ ਅਕਾਲ ਤਖਤ ਸਾਹਿਬ ਪੰਥ ਦਾ ਹੈ, ਕੌਮ ਦਾ ਹੈ, ਔਰ ਕੌਮ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ। ਇਸ ਕਰਕੇ ਇਹ ਇੱਕ ਮੰਚ ਹੈ, ਗੱਲ ਕਰਨ ਦਾ ਇਹ ਇੱਕ ਮੰਚ ਹੈ। ਜਿਵੇਂ ਭਾਰਤੀ ਲੋਕਾਂ ਦੀ ਗੱਲ ਕਰਨ ਦਾ ਜਿਹੜਾ ਮੰਚ ਹੈ ਉਹ ਪਾਰਲੀਮੈਂਟ ਹੈ, ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦਾ ਜਿਹੜਾ ਮੰਚ ਹੈ ਉਹ ਵਿਧਾਨ ਸਭਾ ਹੈ, ਔਰ ਖਾਲਸਾ ਪੰਥ ਦੀ ਗੱਲ ਕਰਨ ਦਾ ਜਿਹੜਾ ਮੰਚ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ। ਸ੍ਰੀ ਅਕਾਲ ਤਖਤ ਸਾਹਿਬ 'ਤੇ ਬੈਠੀਏ, ਜ਼ਾਬਤੇ ਦੇ ਨਾਲ ਬੈਠੀਏ, ਪਿਆਰ ਦੇ ਨਾਲ ਬੈਠੀਏ, ਇਤਫਾਕ ਦੇ ਨਾਲ ਬੈਠੀਏ, ਤੇ ਗੁਰੂ ਕਲਾ ਨਾ ਵਰਤਾਵੇ, ਇਹ ਕਦੇ ਹੋ ਨਹੀਂ ਸਕਦਾ ਹੈ। ਮੈਂ ਬਹੁਤ ਕਿਉਂਕਿ ਨਾਮ ਲੈਣ ਲੱਗਾ ਤਾਂ ਬੜਾ ਲੰਬਾ ਸਮਾਂ ਲੱਗ ਜਾਏਗਾ। ਮੈਂ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਧੰਨਵਾਦ ਕਰਦਾ, ਔਰ ਖਾਸ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮੈਨੇਜਰ ਸਾਹਿਬ ਦਾ, ਜਿਨ੍ਹਾਂ ਨੇ ਅਰੇਂਜਮੈਂਟ ਕੀਤਾ।